ਫੈਕਟਰੀ ਹੈ ਇਹ ਰੈੱਡ ਕੈਟਾਗਰੀ ਹੈ ਤਾਂ ਰਿਪੋਰਟ ਦੇ ਵਿੱਚ orange ਕਿਉਂ ਲਿਖਿਆ ਗਿਆ? ਇਹ ਰਿਪੋਰਟ ਬਣੀ ਸੀਗੀ ਉਸ ਵੇਲੇ ਇਹ ਨੋਟੀਫਿਕੇਸ਼ਨ ਸੀ orange ਸੀਗਾ, ਬਾਅਦ ਚ ਨੋਟੀਫਿਕੇਸ਼ਨ ਆਇਆ ਹੈ ਜਿਹਦੇ ਇਹਨੂੰ ਰੈੱਡ ਚ ਡਾਲਾ ਜਾਏਗਾ। ਸਾਈਟ ਤੇ ਕਰੈਕਟ ਕਰਨ ਲਈ ਕਿੰਨਾ ਕੁ ਚਿਰ ਲੱਗਦਾ ਹੈ? ਜਜਮੈਂਟ ਸੀਗਾ ਉਹ ਥੋੜਾ ਲੇਟ ਪਹੁੰਚਿਆ ਸੀ, ਇਸ ਕਰਕੇ ਇਹਨੂੰ ਸੇਮ ਪੁਰਾਣੇ ਤੇ ਕੋਈ ਲੇਟ ਨਹੀਂ ਪਹੁੰਚਿਆ ਜੀ, ਸਾਰੇ ਮੀਡੀਆ 15 ਫਰਵਰੀ ਨੂੰ ਆਇਆ ਹੈ। ਤੁਹਾਡੀ ਜਿਹੜੀ ਡਾਕੂਮੈਂਟ ਹੈ ਟਰਮਸ ਆਫ ਰੈਫਰੈਂਸ ਉਹਦੇ ਉੱਤੇ ਜਿਹੜੀ ਡੇਟ ਪਈ ਹੈ ਉਹ 11 ਮਾਰਚ ਪਈ। ਸੋ ਤੁਸੀਂ 1 ਮਹੀਨੇ ਬਾਅਦ ਜਿਹੜਾ ਉਹ ਡਾਕੂਮੈਂਟ ਜਮ੍ਹਾਂ ਕਰਾ ਰਹੇ ਹੋ। ਔਨ ਡਾਕੂਮੈਂਟ ਕੀ ਹੈ ਅੱਜ ਦੀ ਡੇਟ 'ਚ? orange ਹੈ ਕਿ ਰੈੱਡ ਹੈ ਦੱਸੋ? ਰੈੱਡ ਹੈ ਜੀ, ਰੈੱਡ ਹੈ। ਕਿੱਥੇ ਦਿਖਾਓ ਜੀ, ਕਿੱਥੇ ਹੈ? ਜਿਹੜੇ ਅਪਲੋਡ ਹੋਏ ਉਹਨਾਂ 'ਚ ਕਿੱਥੇ ਰੈੱਡ ਲਿਖਿਆ ਜੀ? ਜਦੋਂ ਤੁਹਾਡੇ ਕੋਲ ਡਾਕੂਮੈਂਟ ਆਏ ਜਿਹੜੇ ਤੁਸੀਂ ਅਪਲੋਡ ਕੀਤੇ ਉਹਦੇ 'ਚ ਰੈੱਡ ਲਿਖਿਆ ਕਿ orange ਲਿਖਿਆ ਦੱਸੋ? ਇੱਕ ਗੱਲ ਸਰ ਰੈੱਡ ਲਿਖਿਆ ਕਿ orange ਲਿਖਿਆ? ਹਾਂ ਨਾ, ਰੈੱਡ ਜਾਂ orange? ਕੀ ਪੀਪੀਸੀਬੀ ਨੇ ਸੁਪਰੀਮ ਕੋਰਟ ਦੀ ਵਾਇਓਲੇਸ਼ਨ ਨਹੀਂ ਕੀਤੀ? ਡਾਇਰੈਕਸ਼ਨ ਸੀ ਨਹੀਂ ਸਰ, ਅਸੀਂ orange ਨਹੀਂ, orange ਡਾਕੂਮੈਂਟ ਕਿੱਦਾਂ ਅਪਲੋਡ ਹੋ ਗਿਆ ਦੱਸੋ? ਉਹਨਾਂ ਨੇ ਡਰਾਫਟ ਅਪਲੋਡ ਕਰਤਾ, ਸਕਰੂਟਰੀ ਸਰ ਸਿਕਿਉਰਿਟੀ ਤੁਸੀਂ ਕੀਤੀ? ਤੁਸੀਂ ਅਪਲੋਡ ਕਰਨ ਤੋਂ ਪਹਿਲੇ ਡਾਕੂਮੈਂਟ ਦੀ ਸਿਕਿਉਰਿਟੀ ਕੀਤੀ? ਤੁਹਾਡੀ ਵੈਬਸਾਈਟ ਤੇ ਜੋ ਡਾਕੂਮੈਂਟ ਪਿਆ ਕੀ ਉਹ ਰੈੱਡ ਜਾਂ orange ਦੱਸਦਾ ਹੈ? ਚਲੋ ਉਹ ਤਾਂ ਚਲੋ ਨਹੀਂ ਸਰ, ਕਲੀਅਰ ਦੱਸੋ ਸਰ। ਇਹ ਕੈਜੂਅਲ ਮੀਟਿੰਗ ਨਹੀਂ ਹੋ ਰਹੀ ਇਹ ਵਾਇਓਲੇਸ਼ਨ ਆਫ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਦਾ ਹੈ। ਸਰ। ਆਮ ਲੋਕਾਂ ਨੂੰ ਅੱਜ ਤੋਂ ਪਹਿਲੇ ਕਦੋਂ ਜਾਣਕਾਰੀ ਦਿੱਤੀ ਗਈ ਕਿ ਇਹ ਰੈੱਡ ਕੈਟਾਗਰੀ ਹੈ? ਜਨਤਕ ਸੁਣਵਾਈ ਚ ਕਹਿ ਦੋ। ਅੱਜ ਤੋਂ ਪਹਿਲੇ ਤਾਂ ਨਹੀਂ ਕਿਹਾ ਜੀ। ਅੱਜ ਤੋਂ ਪਹਿਲੇ ਤਾਂ ਜਨਤਕ ਸੁਣਵਾਈ ਤਾਂ ਅੱਜ ਹੋ ਰਹੀ ਹੈ ਨਾ। ਸੁਪਰੀਮ ਕੋਰਟ ਦੇ ਆਰਡਰ ਆ ਜਿਹੜੇ ਉਹ ਜਨਤਕ ਹੀ ਨੇ। ਨਹੀਂ ਜਨਤਕ ਨਹੀਂ ਹੈ। ਨਾ ਇਹ ਨੋਟ ਕਰੋ, ਇਹ ਕਹਿ ਰਿਹਾ ਜੀ ਜਨਤਕ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ orange ਬਣਾ ਕੇ ਇੱਥੇ ਲੋਕਾਂ ਨਾਲ ਪਬਲਿਕ ਜਨਤਕ ਸੁਣਵਾਈ ਕਰ ਰਹੇ ਨੇ। ਤੁਹਾਡੇ ਮਿਸਟਰ ਰਾਜੀਵ ਗੁਪਤਾ ਹੈਗੇ ਜਿਹੜੇ ਐਸਸੀ ਹੈ, ਉਹ ਉਸ ਟਾਈਮ ਐਕਸੀਐਨ ਪੀਪੀਸੀਬੀ ਸੀਗੇ ਸੰਗਰੂਰ, ਜਿਨ੍ਹਾਂ ਨੇ ਸਾਰੀ ਸਾਈਟਿੰਗਸ ਫਾਲਟਰ ਕੀਤੀ ਹੈ। ਜਦੋਂ ਰੱਬ ਦੀ ਕਿਰਪਾ ਨਾਲ ਸੁਪਰੀਮ ਕੋਰਟ ਨੇ ਸੀਐਲਯੂ ਕਾਸ਼ ਕੀਤਾ ਤੇ ਪਾਰਟ 2 ਜਜਮੈਂਟ orange ਕੈਟਾਗਰੀ ਵੀ ਕਾਸ਼ ਕੀਤੀ, ਰਾਜੀਵ ਗੁਪਤਾ ਜੀ ਨੇ ਮੈਨੂੰ WhatsApp ਤੋਂ ਬਲੌਕ ਕਰਤਾ। ਔਰ ਉਹ ਸਹੀ ਇਹ ਗੱਲ ਹੈਗੀ ਵੀ ਉਹ ਗਿਲਟੀ ਹੈ। ਮੈਂ ਇਤਰਾਜ਼ ਦੇ ਤੌਰ ਤੇ ਇੱਕ ਗੱਲ ਕਰਨੀ ਚਾਹੁੰਦਾ ਹੈ ਕਿ ਮੈਡਮ ਨੇ ਕਿਹਾ ਕਿ ਇਹ ਕਿਹੜੀ ਫੈਕਟਰੀ ਹੈ ਇਹ ਰੈੱਡ ਕੈਟਾਗਰੀ ਹੈ ਤਾਂ ਰਿਪੋਰਟ ਦੇ ਵਿੱਚ orange ਕਿਉਂ ਲਿਖਿਆ ਗਿਆ ਹੈ? ਇਹਦਾ ਜਵਾਬ ਜੋ ਦੇਣਾ ਚਾਹੇ ਦੇ ਸਕਦਾ। सर जो ये कैटेगराइजेशन है ਇੱਕ ਮਿੰਟ ਹਿੰਦੀ ਨਹੀਂ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਹਿੰਦੀ। ਪੰਜਾਬੀ ਵਾਲਾ ਬੰਦਾ ਬੁਲਾ ਦਿਓ ਕੋਈ। ਪੰਜਾਬੀ ਬੋਲੋ ਜੀ, ਪੰਜਾਬੀ ਇੱਥੇ ਪੰਜਾਬ 'ਚ ਖੜੇ ਆ। ਇਹ ਕਹਿਣਾ ਚਾਹੁੰਦੇ ਸੀਗੇ ਕਿ ਜਿਸ ਵੇਲੇ ਇਹ ਰਿਪੋਰਟ ਬਣੀ ਸੀਗੀ ਉਸ ਵੇਲੇ ਇਹ ਨੋਟੀਫਿਕੇਸ਼ਨ ਸੀ orange ਸੀਗਾ, ਬਾਅਦ ਚ ਨੋਟੀਫਿਕੇਸ਼ਨ ਆਇਆ ਹੈ ਜਿਹਦੇ ਚ ਇਹਨੂੰ ਰੈੱਡ ਚ ਡਾਲਾ ਜਾਏਗਾ ਕਲਿੰਕਰ ਗਾਰੰਟੀ ਯੂਨਿਟ ਚ। ਸਰ ਸਾਈਟ ਤੇ ਕਰੈਕਟ ਕਰਨ ਲਈ ਕਿੰਨਾ ਕੁ ਚਿਰ ਲੱਗਦਾ ਹੈ? ਸਾਈਟ ਤੇ ਕਰੈਕਟ ਕਰਨ ਲਈ ਕਿੰਨਾ ਕੁ ਚਿਰ ਲੱਗਦਾ ਹੈ? ਇਹ ਕਦੋਂ ਹੋਇਆ? ਨੋਟੀਫਿਕੇਸ਼ਨ ਕਦੋਂ ਆਈ ਹੈ? ਜਿਹੜਾ ਨੋਟੀਫਿਕੇਸ਼ਨ ਆਇਆ ਹੈਗਾ ਇਹ ਦਸੰਬਰ 2025 ਚ ਆਇਆ ਹੈਗਾ ਤੇ ਨਾਲੇ ਰਿਪੋਰਟ 'ਚ orange ਕੈਟਾਗਰੀ ਨਹੀਂ ਲਿਖਿਆ ਹੋਇਆ ਸੀਗਾ, ਰੈੱਡ ਕੈਟਾਗਰੀ ਦੀ ਯੂਨਿਟ ਹੈ, ਰੈੱਡ ਕੈਟਾਗਰੀ ਤੇ ਹੀ ਜਾ ਰਹੇ ਹਾਂ ਕਿਉਂਕਿ ਇਹਦਾ ਇੰਡੈਕਸ ਪੋਲੂਸ਼ਨ ਕੰਟਰੋਲ ਇੰਡੈਕਸ ਜਿਹੜਾ ਹੈਗਾ ਪੋਲੂਸ਼ਨ ਇੰਡੈਕਸ ਉਹ 64 ਹੈਗਾ, ਇਸੇ ਕਰਕੇ ਇਹਨੂੰ ਰੈੱਡ ਕੈਟਾਗਰੀ 'ਚ ਰੈਫਰੈਂਸ ਆਫ ਟੌਰਸ ਤੁਸੀਂ ਇਹ ਲਿਖਿਆ, ਡਿਟੇਲ ਤੁਹਾਨੂੰ ਜਸਕੀਰਤ ਸਿੰਘ ਦੱਸ ਦੇਣਾ, ਦੱਸੋ ਸਰ ਜੀ। ਹਾਂਜੀ, ਸੋ ਇਹ ਮੈਂ ਸਪਲੀਮੈਂਟ ਕਰ ਰਿਹਾ ਇਹਨਾਂ ਦੀ ਗੱਲ ਨੂੰ। ਜਿਹੜਾ ਟਰਮਸ ਆਫ ਰੈਫਰੈਂਸ ਡਾਕੂਮੈਂਟ ਹੈ ਜਿਹੜਾ ਪਰਿਵੇਸ਼ ਵੈਬਸਾਈਟ ਤੇ ਪਿਆ ਤੁਹਾਡੀ ਵੱਲੋਂ ਭੇਜਿਆ ਗਿਆ ਉਹਨੂੰ ਮੈਂ ਡਾਊਨਲੋਡ ਕਰਕੇ ਪੜ੍ਹਿਆ। ਉਹਦੇ ਵਿੱਚ 33 ਜਾਂ 35 ਕੋ ਇਦਾਂ ਦਾ ਪੇਜ ਹੈ ਤੇ ਬੜਾ ਕਲੀਅਰ ਲਿਖਿਆ orange ਕੈਟਾਗਰੀ। ਹੁਣ ਮੈਂ ਦੱਸ ਰਿਹਾ ਸਰ, ਤੁਹਾਡੀ ਮੈਂ ਸਮਝ ਗਿਆ, ਤੁਸੀਂ ਕਹਿ ਰਹੇ ਹੋ ਡੇਟ ਪਹਿਲਾਂ ਵਾਲੀ ਤੇ ਬਾਅਦ ਵਾਲੀ। ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਨੇ ਉਹਨੂੰ ਚੇਂਜ ਕੀਤਾ ਆ ਕੇ, ਉਹ ਜਜਮੈਂਟ ਹੈਗੀ ਹੈ ਫਰਵਰੀ ਦੀ, ਔਰ ਜਿਨ੍ਹਾਂ ਦਾ ਉਹ ਕੇਸ ਆ ਉਹ ਬੈਠੇ ਆ ਆਪਣੇ ਕੋਲ, ਉਹ ਵੀ ਦੱਸਣਗੇ ਉਹਦੇ ਬਾਰੇ ਡਿਟੇਲਸ। ਤੁਹਾਡੀ ਜਿਹੜੀ ਡਾਕੂਮੈਂਟ ਹੈ ਟਰਮਸ ਆਫ ਰੈਫਰੈਂਸ ਉਹਦੇ ਉੱਤੇ ਜਿਹੜੀ ਡੇਟ ਪਈ ਹੈ ਉਹ 11 ਮਾਰਚ ਪਈ ਹੈ। ਸੋ ਤੁਸੀਂ 1 ਮਹੀਨੇ ਬਾਅਦ ਜਿਹੜਾ ਉਹ ਡਾਕੂਮੈਂਟ ਜਮ੍ਹਾਂ ਕਰਾ ਰਹੇ ਹੋ। ਇਹ ਜਿਨ੍ਹਾਂ ਨੇ ਕੇਸ ਕੀਤਾ ਉਹ ਗੱਲ ਕਰਦੇ ਆ ਜੀ। ਮੈਂ ਜਸਿੰਦਰ ਸੇਖੋ ਆਂਗੀ ਜੀ, ਪਿੰਡ ਸਾਡਾ ਫਤਿਹਗੜ੍ਹ ਛੰਨਾ ਹੈ, ਤਹਿਸੀਲ ਡਿਸਟ੍ਰਿਕਟ ਸੰਗਰੂਰ। ਉੱਥੇ ਵੀ ਇੱਕ ਸੀਮੈਂਟ ਪਲਾਂਟ ਲੱਗਣਾ ਸੀਗਾ ਜਿਹੜਾ ਫਾਰਮਰਸ ਤੇ ਸਾਡੇ ਬਜ਼ੁਰਗ ਐਟ ਏਜ 93 ਸੀਗੇ ਉਦੋਂ ਅਸੀਂ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ ਹਾਂ। ਔਰ ਇਹ ਜਿਹੜਾ ਜਸਕੀਰਤ ਜੀ ਨੇ ਕਿਹਾ ਟਰਮਸ ਆਫ ਰੈਫਰੈਂਸ orange ਲੱਗਿਆ ਹੋਇਆ ਹੈ, ਇਹ ਮੈਂ ਜੇਕੇ ਸੀਮੈਂਟ ਕੰਪਨੀ ਵਾਲਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਕੰਸਲਟੈਂਟ ਦੀ ਸੋਲਮ ਡਿਊਟੀ ਹੈ ਲਾਅ ਫੋਲੋ ਕਰਨ ਨੂੰ। ਇਹ ਬਲੇਟੈਂਟ ਵਾਇਓਲੇਸ਼ਨ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਦਾ ਜਿਹੜਾ 13 ਫਰਵਰੀ 2026 ਦਾ ਸੀ ਜੀ। ਔਰ ਇਹ ਕੰਸਲਟੈਂਟ ਜੀ ਨੇ 11 ਮਾਰਚ 2026 ਨੂੰ ਅੰਡਰਟੇਕਿੰਗ ਦਿੱਤੀ ਹੈ ਚੈੱਕਲਿਸਟ ਐਪਲੀਕੇਸ਼ਨ ਫॉर ਟਰਮਸ ਆਫ ਰੈਫਰੈਂਸ ਜਿਹਦੇ 'ਚ ਲਿਖਿਆ ਵੀ orange ਕੈਟਾਗਰੀ ਹੈ। ਸੋ ਇਹਦੇ 'ਚ ਹੀ
I feel a public hearing null and void है because ਇਹਨਾਂ ਨੇ ਇਹ violation ਕੀਤੀ ਹੈ Honorable Supreme Court ਦੀ order which is a reportable judgment ਆ ਸਾਹਮਣੇ ਹੈ ਇਹ ਹਾਂਜੀ ਸਬਮਿਟ ਕਰਾਉਣੀ ਆਪ ਸਬਮਿਟ ਕਰੋ ਜੀ ਜੱਜਮੈਂਟ ਇਹ ਬੋਲ ਦਿਓ ਕਿ ਮੇਰਾ ਇਤਰਾਜ਼ ਹੈ ਕਰੋ ਜੀ ਇਤਰਾਜ਼ ਹੈ ਜੀ ਇੱਕ ਮਿੰਟ ਜੀ, ਇਹਦੇ 'ਚ ਮੇਰਾ ਇਤਰਾਜ਼ ਹੈਗਾ ਜੀ ਬਿਕੋਜ਼ ਇਹ ਗ੍ਰੋਸ ਵਾਇਓਲੇਸ਼ਨ ਹੈਗੀ ਇਹ ਨੋਟ ਕਰੋ ਜੀ ਨੋਟ ਕਰ ਲਿਆ ਜੀ ਮੈਕ ਤੇ ਬੋਲੋ ਜੀ ਇਹ ਹੈਗੀ ਜੀ ਜਜਮੈਂਟ 13 ਫਰਵਰੀ 2026 ਹਰਬਿੰਦਰ ਸਿੰਘ ਸੇਖੋ ਐਂਡ ਅਦਰਸ ਵਰਸਸ ਦ ਸਟੇਟ ਆਫ ਪੰਜਾਬ ਐਂਡ ਅਦਰਸ INSC 159 2026 ਰਿਪੋਰਟੇਬਲ ਜਜਮੈਂਟ ਹੈ ਇਹ ਡਾਕੂਮੈਂਟ ਸਬਮਿਟ ਕਰੋ ਜੀ ਐਕਸੀਐਮ ਸਾਹਿਬ ਪੀਪੀਸੀਬੀ ਦੇ ਕੋਈ ਵੀ ਆ ਲਓ ਜੀ। ਅਧਿਕਾਰੀ ਜਿਹੜਾ ਜਜਮੈਂਟ ਸੀਗਾ ਉਹ ਥੋੜਾ ਲੇਟ ਪਹੁੰਚਿਆ ਸੀ ਇਸ ਕਰਕੇ ਇਹਨੂੰ ਸੇਮ ਪੁਰਾਣੇ ਤੇ ਹੀ ਕੋਈ ਕੀਤਾ ਲੇਟ ਨਹੀਂ ਸੀਗਾ। ਪਹੁੰਚਿਆ ਜੀ ਮੈਡਮ, ਸਾਰੇ ਮੀਡੀਆ 'ਚ 15 ਫਰਵਰੀ ਨੂੰ ਆਇਆ ਹੈ ਮੈਨੂੰ ਕੋਈ ਰਿਕਾਰਡ ਕਰੋ ਕਹਿ ਰਹੇ ਪਲੀਜ਼ ਰਿਕਾਰਡ ਕਰੋ ਜੀ ਕੀ ਬੇਨਤੀ ਹੈ ਪੀਪੀਸੀ ਇੱਕ ਤੇ ਜਿਹੜੇ ਰਿਕਾਰਡ ਕਰੋ ਪਹਿਲੇ ਜੋ ਕਹਿ ਰਹੇ ਲੇਟ ਪਹੁੰਚਿਆ ਜਿਹੜੇ ਪੀਪੀਸੀਬੀ ਦੇ ਅਫਸਰ ਸਹਿਬਾਨ ਬੈਠੇ ਹੈ ਜਿਹੜੀ ਸਾਡੀ ਰਿਪੋਰਟ ਹੈਗੀ ਇਹ ਸਾਰੀ ਰੈਡ ਕੈਟਾਗਰੀ ਦੇ ਬੇਸ ਤੇ ਹੀ ਬੇਸਡ ਹੈ ਨਹੀਂ ਅਸੀਂ ਉਹ ਗੱਲ ਕਰੀਏ ਨਾ ਜਿਹੜੀ ਹੋ ਰਹੀ ਹੈ ਜਿਹੜੀ ਵਾਇਓਲੇਸ਼ਨ ਹੋਈ ਹੈ ਉਹਨਾਂ ਨੂੰ ਪੀਪੀਸੀਬੀ ਦੇ ਅਫੀਸ਼ੀਅਲ ਰਿਕਾਰਡ ਕਰਨ ਔਨ ਰਿਕਾਰਡ ਲੈਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਸਰ ਲੈ ਲਿਆ ਜੀ ਇਹ ਲਿਖੋ ਜੀ ਕਹਿ ਰਹੇ ਕਿ ਬਾਅਦ ਚੋਂ ਜਜਮੈਂਟ ਮਿਲੀ ਹੈ ਉਹ ਵੀ ਕਰਦੇ ਆ ਉਹਨਾਂ ਦਾ ਰਿਪਲਾਈ ਲੈ ਲੈਂਦੇ ਉਹਨਾਂ ਨੂੰ ਪੁੱਛੋ ਰਿਕਾਰਡ ਹੋ ਗਿਆ ਸਰ ਜੀ ਇੱਕ ਰਿਪਲਾਈ ਲੈ ਲਈਏ ਆਪਾਂ ਉਹਨਾਂ ਦਾ ਫਿਰ ਨਾਲ ਉਹ ਵੀ ਨੋਟ ਕਰ ਦਿੰਦੇ ਆ ਦੂਜਾ ਇੱਕ ਮਿੰਟ ਉਹਨਾਂ ਨੂੰ ਪੁੱਛੋ ਉਹਨਾਂ ਨੇ ਰਿਕਾਰਡ ਕਰ ਲਿਆ ਕਿ ਨਹੀਂ ਉਹਨਾਂ ਨੇ ਮੈਕ ਦਿੱਤਾ ਸੀ ਇਸੇ ਕਰਕੇ ਪੁੱਛੋ ਜੀ ਦੱਸੋ ਉਹਨਾਂ ਨੇ ਕੀ ਕੀ ਰਿਕਾਰਡ ਕੀਤਾ ਹੁਣ ਤਾਈਂ ਉਹ ਕਾਗਜ਼ ਲੈ ਕੇ ਜਾਣ ਕਾਗਜ਼ ਲੈ ਕੇ ਗਏ ਆ ਉਹਨਾਂ ਨੇ ਰਿਕਾਰਡ ਕੀਤਾ ਅੱਜ ਵੀ ਇਹ ਲੇਟ ਪਹੁੰਚਿਆ ਸਾਡੇ ਕੋਲੇ ਜੱਜਮੈਂਟ ਸਰ ਨੋਟ ਹੋ ਗਈ ਹੈ ਜੀ ਮਹੀਨਾ ਲੇਟ ਹੋ ਸਕਦੀ ਹੈ ਜੀ ਜਜਮੈਂਟ ਜੀ ਭਾਈ ਜੀ ਤੁਹਾਡੇ ਕੋਲੇ ਮੈਕ ਕਾਹਦੇ ਵਾਸਤੇ ਦਿੱਤਾ ਵੀਰ ਬੋਲਦਾ ਸਰ ਤੁਹਾਨੂੰ ਸੁਣਾਈ ਰਿਕਾਰਡ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਕਹਿ ਰਹੇ ਹੋ ਗਿਆ ਅੱਛਾ ਇੱਕ ਮੇਰਾ ਸਵਾਲ ਹੋ ਰਿਹਾ ਜੀ ਇਸ 'ਚ ਕੀ ਪੀਪੀਸੀਬੀ ਉੱਥੇ ਰਿਸਪੋਂਡੈਂਟ ਸੀ ਜਾਂ ਨਹੀਂ ਸੀ ਸਾਡੇ ਸ਼ਰੀਸ ਬੈਂਡ ਕੇਸ ਚਾਲੇ 'ਚ ਪੀਪੀਸੀ ਵੀ ਜਵਾਬ ਐਸਡੀਓ ਸਾਹਿਬ ਦੱਸਣ ਪੀਪੀਸੀਬੀ ਉੱਥੇ ਪਾਰਟੀ ਸੀ ਇਨਵੈਸਟ ਬਿਊਰੋ ਪਾਰਟੀ ਸੀ ਸਰ ਸਾਡੇ ਨੂੰ ਇਹ ਧਿਆਨ ਚ ਨਹੀਂ ਹੈਗਾ ਜੀ ਦੇਖ ਲੈਂਦੇ ਕੋਈ ਨਹੀਂ, ਇਹ ਤੁਹਾਡਾ ਸਵਾਲ ਨਹੀਂ ਹੈਗਾ। ਮੈਂ ਚਲੋ, ਇੱਕ ਗੱਲ ਦਾ ਰਿਕਾਰਡ ਕਰ ਲਓ ਰਿਕਾਰਡ ਕਰ ਲਓ ਧਿਆਨ ਚੱਲ ਜਿਹੜਾ ਹੈਗਾ ਇਹ ਰਿਕਾਰਡ ਕੀਤਾ ਜਾਵੇ ਜੀ ਕੰਟੈਂਪਟ ਹੋ ਜਾਣੀ ਹੈ ਰਿਕਾਰਡ ਕੀਤਾ ਜਾਏ ਜੀ ਇਹ ਵਾਇਓਲੇਸ਼ਨ ਹੈ ਜ਼ਰੂਰ ਨੂੰ ਪਤਾ ਹੋ ਸਾਨੂੰ ਬਠਿੰਡੇ ਬਾਰੇ ਪਤਾ ਸਰ ਇੱਕ ਮਿੰਟ ਪਤਾ ਨਹੀਂ ਇਹ ਤੁਹਾਡੇ ਤੱਕ ਕੰਟੈਂਪਟ ਹੋਊਗੀ ਵੀ ਦੱਸੋ ਕੀ ਇਹ ਦੱਸੋ ਕਿ ਜਦੋਂ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਆ ਜਾਂਦੀਆਂ ਕੀ ਉਹ ਤੁਹਾਡੇ ਤੇ ਬਾਈਂਡਿੰਗ ਨਹੀਂ ਹੁੰਦੀਆਂ ਤੁਹਾਡੇ ਅਫਸਰ ਜਾਂ ਮੈਂਬਰ ਸੈਕਟਰੀ ਜਾਂ ਚੇਅਰਮੈਨ ਤੁਹਾਨੂੰ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸਾਨੂੰ ਜਾਣਕਾਰੀ ਹੈ ਅਸੀਂ ਇਹਨੂੰ ਰੈਡ ਚ ਕੰਸੀਡਰ ਕੀਤਾ ਹੈ ਸਰ ਰੈਡ ਦੀ ਗੱਲ ਨਹੀਂ ਹੈ ਜੀ ਗੱਲ ਇਹ ਹੈ ਕਿ ਆਪਾਂ ਰਿਪੋਰਟ 'ਚ ਜੋ ਲਿਖਿਆ ਉਹਦੀ ਗੱਲ ਕਰੀਏ ਔਨ ਡਾਕੂਮੈਂਟ ਕੀ ਹੈ ਅੱਜ ਦੀ ਡੇਟ 'ਚ ਔਰੇਂਜ ਹੈ ਕਿ ਰੈਡ ਹੈ ਦੱਸੋ ਰੈਡ ਹੈ ਜੀ ਰੈਡ ਹੈ ਕਿੱਥੇ ਦਿਖਾਓ ਜੀ ਕਿੱਥੇ ਹੈ ਸਰ ਕਿਹੜੇ ਕਾਗਜ਼ 'ਚ ਹੈ ਜੀ ਰੈਡ ਹੈ ਜਿਹੜੇ ਅਪਲੋਡ ਹੋਏ ਉਹਨਾਂ 'ਚ ਕਿੱਥੇ ਰੈਡ ਲਿਖਿਆ ਜੀ ਦੱਸੋ ਜੀ ਅਪਲੋਡ 'ਚ ਮੈਮ ਮੈਂ ਕਲੀਅਰ ਕਰਨਾ ਚਾਹੂੰਗਾ ਇੱਥੇ ਜੀ ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ ਜਿਵੇਂ ਮੈਮ ਨੇ ਦੱਸਿਆ ਫੈਬ 2026 ਦੇ ਵਿੱਚ ਆਈ ਹੈ ਬੋਰਡ ਵੱਲੋਂ ਇਹ ਨੋਟੀਫਾਈ ਕਰ ਦਿੱਤੀ ਗਈ ਸੀਗੀ ਜੀ 4/6/2026 ਨੂੰ ਸਰ ਇੱਕ ਦੱਸੋ ਜਦੋਂ ਪ੍ਰਨਾਉਂਸਮੈਂਟ ਹੋਈ ਜੀ ਉਸ ਤੋਂ ਲਾਗੂ ਹੁੰਦੀ ਹੈ ਕਿ ਤੁਹਾਡੇ ਆਪਣੇ ਇੰਪਲੀਮੈਂਟੇਸ਼ਨ ਤੇ ਹੋਏਗੀ ਲਾਗੂ ਸੁਪਰੀਮ ਕੋਰਟ ਦੀ ਜਜਮੈਂਟ ਸੁਪਰੀਮ ਕੋਰਟ ਹਾਈਐਸਟ ਅਪੈਕਸ ਬੋਡੀ ਹੈ ਜੀ ਮੈਂ ਕੀ ਕਹਿ ਰਿਹਾ ਜੀ ਉਹੀ ਤੁਹਾਨੂੰ ਜਵਾਬ ਹਾਂਜੀ ਦਿਓ ਪਲੀਜ਼ ਤਾਂ ਬੜਾ ਕੈਜੂਅਲ ਹੈ ਜੀ ਨਹੀਂ ਇਹ ਦੱਸੋ ਕਿ ਇਹ ਜਿਸ ਦਿਨ ਪ੍ਰਨਾਉਂਸ ਹੋਈ ਪੀਪੀਸੀਬੀ ਅਸੀਂ ਦੱਸਦੇ ਨੇ ਪਾਰਟੀ ਸੀ ਜੀ ਕੀ ਪੀਪੀਸੀਬੀ ਜਦੋਂ ਜਜਮੈਂਟ ਪ੍ਰਨਾਉਂਸ ਹੋਈ ਉਦੋਂ ਤੋਂ ਲਾਗੂ ਮੰਨੇਗਾ ਕਿ ਜਦੋਂ ਆਪਣੀ ਮਰਜ਼ੀ ਨਾਲ ਲਾਗੂ ਮੰਨੇਗਾ ਦੱਸ ਦਿਓ ਜਦੋਂ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਆ ਗਏ ਜੀ ਅਸੀਂ ਉਸੇ ਡੇਟ ਤੋਂ ਹੀ ਲਾਗੂ ਮੰਨੀ ਅਸੀਂ ਜਿਹੜੀ ਇਹਦਾ ਦੀ ਸਾਡੀ ਉਹ ਸੀਗੀ ਮਤਲਬ ਸਾਡੀ ਚੈਕਿੰਗ ਸੀਗੀ ਸਾਡੀ ਰੈਗੂਲੇਟਰੀ ਬੋਡੀ ਆ ਅਸੀਂ ਰੈਡ ਦੇ ਅਕੋਰਡਿੰਗ ਹੀ ਰਿਪੋਰਟ ਬਣਾ ਕੇ ਨਹੀਂ ਤੁਸੀਂ ਜਿਹੜੀ ਇੱਕ ਮਿੰਟ ਤੁਸੀਂ ਕਿਹਾ ਕਿ ਇੱਕ ਮਿੰਟ ਤੁਸੀਂ ਇਹ ਦੱਸੋ ਕਿ ਔਰੇਂਜ ਜਦੋਂ ਤੁਹਾਡੇ ਕੋਲ ਡਾਕੂਮੈਂਟ ਆਏ ਜਿਹੜੇ ਤੁਸੀਂ ਅਪਲੋਡ ਕੀਤੇ ਉਹਦੇ 'ਚ ਰੈੱਡ ਲਿਖਿਆ ਕਿ ਔਰੇਂਜ ਲਿਖਿਆ ਦੱਸੋ ਮੈਂ ਸਰ ਇੱਕ ਗੱਲ ਸਰ ਰੈੱਡ ਲਿਖਿਆ ਕਿ ਔਰੇਂਜ ਲਿਖਿਆ ਹਾਂ ਨਾ ਰੈੱਡ ਜਾਂ ਔਰੇਂਜ ਮੈਂ ਦੱਸਾਂ ਜੀ ਹਾਂਜੀ ਜਿਹੜੀ ਇਹਨਾਂ ਦਾ ਡਾਕੂਮੈਂਟ ਸਬਮਿਟ ਕੀਤਾ ਉਹ ਡਰਾਫਟ ਹੀ ਆਈ ਰਿਪੋਰਟ ਹੈ ਜੀ ਉਹਦੇ 'ਚ ਇਹਨਾਂ ਨੇ ਔਰੇਂਜ ਸਬਮਿਟ ਕੀਤਾ ਸੀਗਾ ਜੀ ਅਸੀਂ ਆਪਦੀ ਰਿਪੋਰਟ ਦੇ ਵਿੱਚ ਰੈੱਡ ਇਹਨੂੰ ਕੰਸੀਡਰ ਕਰਕੇ ਜਿਹੜੀਆਂ ਗਾਈਡਲਾਈਨਸ ਰੈੱਡ ਕੈਟਾਗਰੀ ਲਈ ਲੱਗਦੀਆਂ ਨੇ ਅਸੀਂ ਉਹੀ ਗਾਈਡਲਾਈਨਾਂ ਦੇ ਆਧਾਰ ਤੇ ਇਹਨਾਂ ਨੂੰ ਨੋਟੀਫਾਈ ਕੀਤਾ ਸਰ ਜਿਹੜੀ ਜਨਤਕ ਕੀਤੀ ਗਈ ਹੈ ਰਿਪੋਰਟ ਉਹਦੇ 'ਚ ਰੈੱਡ ਹੈ ਕਿ ਔਰੇਂਜ ਹੈ ਉਹਦੇ 'ਚ ਔਰੇਂਜ ਆਈ ਉਹ ਦੱਸੀ ਹਾਂ ਬਸ ਇਹੀ ਪੁੱਛਣਾ ਚਾਹੁੰਦੇ ਆ ਇੱਕ ਮਿੰਟ ਇਹ ਦੱਸੋ ਜੀ ਇੱਕ ਮਿੰਟ ਕੀ
ਕੀ ਪੀਪੀਸੀਬੀ ਨੇ ਸੁਪਰੀਮ ਕੋਰਟ ਦੀ ਵਾਇਓਲੇਸ਼ਨ ਨਹੀਂ ਕੀਤੀ, ਡਾਇਰੈਕਸ਼ਨ ਸੀ? ਨਹੀਂ ਸਰ, ਅਸੀਂ ਔਰੇਂਜ ਡਾਕੂਮੈਂਟ ਕਿੱਦਾਂ ਅਪਲੋਡ ਹੋ ਗਿਆ ਦੱਸੋ ਸਰ ਪੀਪੀਸੀਬੀ ਨੇ ਉਹਨਾਂ ਨੇ ਡਰਾਫਟ ਅਪਲੋਡ ਕਰਤਾ, ਸਕਰੂਟਨੀ ਅਸੀਂ ਸਰ ਸਕਰੂਟਨੀ ਤੁਸੀਂ ਕੀਤੀ? ਸਕਰੂਟਨੀ ਕੀਤੀ ਤੁਸੀਂ? ਨਹੀਂ ਤੁਸੀਂ ਅਪਲੋਡ ਕਰਨ ਤੋਂ ਪਹਿਲੇ ਡਾਕੂਮੈਂਟ ਦੀ ਸਕਰੂਟਨੀ ਕੀਤੀ? ਸਰ ਪੀਪੀਸੀਬੀ ਅਪਲੋਡ ਨਹੀਂ ਕਰਦੀ ਸਰ, ਇਹ ਜਿਹੜਾ ਹੈਗਾਗਾ ਆਪਣੀ ਸੀਆ ਜਿਹੜੀ ਹੈਗੀ ਹੈ ਸਰ ਅੱਜ ਜਿਹੜੇ ਕਰ ਰਹੇ ਹੋ ਤੁਸੀਂ ਕੰਡਕਟ, ਤੁਸੀਂ ਆਪਣਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੈ ਪੀਪੀਸੀਬੀ ਕੋਲ ਮਾਈਕ ਤੇ ਬੋਲੋ ਸਰ, ਹੈਲੋ ਪੀਪੀਸੀਬੀ ਕੋਲ ਡਾਕੂਮੈਂਟ ਆ ਗਿਆ, ਅਸੀਂ ਉਹਦੇ ਉੱਤੇ ਸਕੂਟਰੀ ਕੀਤੀ, ਉਹਨੂੰ ਦੇਖਿਆ ਵੀ ਅਸੀਂ ਇਹ ਰੈਡ ਕੈਟਾਗਰੀ ਆ, ਔਰੰਜ ਨਹੀਂ ਹੈਗੀ, ਅਸੀਂ ਲਿਖ ਕੇ ਭੇਜਿਆ ਪੋਪਰਾਪ ਦੇ ਵੱਲੋਂ। ਯਾਨੀ ਕਿ ਲੋਕਾਂ ਨੂੰ ਤਾਂ ਨਹੀਂ ਪਤਾ ਕਿ ਰੈੱਡ ਹੈ ਕਿ ਔਰੰਜ ਹੈ? ਪਬਲਿਕਲੀ ਤੁਹਾਡੀ ਵੈਬਸਾਈਟ ਤੇ ਜੋ ਡਾਕੂਮੈਂਟ ਪਿਆ ਕੀ ਉਹ ਰੈੱਡ ਜਾਂ ਔਰੰਜ ਦੱਸਦਾ ਹੈ? ਚਲੋ ਉਹ ਤਾਂ ਚਲੋ ਨਹੀਂ ਸਰ, ਕਲੀਅਰ ਦੱਸੋ ਸਰ, ਇਹ ਕੈਜੂਅਲ ਮੀਟਿੰਗ ਨਹੀਂ ਹੋ ਰਹੀ। ਅਸੀਂ ਕਪਲ ਜੀ ਇਹਨੂੰ ਰੈੱਡ ਹੀ ਲੋਕਾਂ ਨੂੰ ਰੈੱਡ ਦੱਸੀ। Excuse me, a violation of honorable Supreme Court ਦੇ ਆਰਡਰ ਦਾ ਹੈ। ਐਂਡ ਮੋਰਓਵਰ ਮੈਂ ਪੀਪੀਸੀਬੀ ਨੂੰ ਇਹ ਵੀ ਕਹਿਣਾ ਚਾਹੁੰਦੀ ਹਾਂ, ਤੁਹਾਡੇ ਮਿਸਟਰ ਰਾਜੀਵ ਗੁਪਤਾ ਹੈਗੇ ਜਿਹੜੇ ਐਸਸੀ ਹੈ, he has been now given the designation of member secretary CIAC, ਓਕੇ, ਐਂਡ ਉਹ ਉਸ ਟਾਈਮ ਐਕਸੀਐਨ ਪੀਪੀਸੀਬੀ ਸੀਗੇ ਸੰਗਰੂਰ, ਜਿਨ੍ਹਾਂ ਨੇ ਸਾਰੀ ਸਾਈਟਿੰਗਸ ਫਾਲਟਰ ਕੀਤੀ ਹੈ, ਜਿਹਦੇ ਕਾਰਨ ਸੁਪਰੀਮ ਕੋਰਟ ਜਾ ਕੇ ਪੀਪੀਸੀਬੀ ਨੂੰ ਵੀ ਸੁਣਨਾ ਪਿਆ ਉੱਥੇ। ਓਕੇ ਓਕੇ ਜੀ। ਐਂਡ ਉਹਨਾਂ ਨੂੰ ਮੈਂ ਚੇਅਰਪਰਸਨ ਪੀਪੀਸੀਬੀ ਨੂੰ ਬਾਕੀਆਂ ਨੂੰ ਪੁੱਛਣਾ ਚਾਹਨੀ ਹੈ, ਹਾਊ ਆਰ ਯੂ ਪ੍ਰੋਮੋਟਿੰਗ ਸੱਚ ਪੀਪਲ ਜਿਨ੍ਹਾਂ ਨੇ ਪਹਿਲਾਂ ਵੀ ਤਬਾਹੀ ਕੀਤੀ ਸੀ? ਹੁਣ ਤੁਸੀਂ ਕਨਫਲਿਕਟ ਆਫ ਇੰਟਰਸਟ ਹੈ। Mr. Rajiv Gupta is SC PPCB and member secretary CIAC. Do we need such officers there? Or ਇੱਕ ਮਿੰਟ ਜੀ, let me complete. ਜਦੋਂ ਰੱਬ ਦੀ ਕਿਰਪਾ ਨਾਲ ਸੁਪਰੀਮ ਕੋਰਟ ਨੇ CLU ਕਾਸ਼ ਕੀਤਾ ਤੇ ਪਾਰਟ 2 ਜਜਮੈਂਟ ਔਰੇਂਜ ਕੈਟਾਗਰੀ ਵੀ ਕਾਸ਼ ਕੀਤੀ, ਮੈਂ ਉਹ 2 ਲਾਈਨਾਂ ਉਹਦੇ ਚੋਂ ਪੜ੍ਹ ਕੇ ਸੁਣਾਉਂਗੀ। ਰਾਜੀਵ ਗੁਪਤਾ ਜੀ ਨੇ ਮੈਨੂੰ WhatsApp ਤੋਂ ਬਲੌਕ ਕਰਤਾ, ਔਰ ਉਹ ਸਹੀ ਇਹ ਗੱਲ ਹੈਗੀ ਵੀ ਉਹ ਗਿਲਟੀ ਹੈ। ਹੋਰ ਅਫਸਰ ਵੀ ਮੇਰੇ ਨਾਲ ਸੰਪਰਕ ਰੱਖਦੇ ਆ। Why is PPCB promoting such officers who have already had malafide intentions? ਮੇਰਾ ਸਵਾਲ ਇਹ ਹੈਗਾ ਜੀ ਪਹਿਲਾਂ। ਮੈਮ ਤੁਸੀਂ ਇਹ ਲਿਖਤੀ ਚ ਦੇ ਦਿਓ, ਮੈਂ ਹੈਰ ਅਥਾਰਟੀ ਨੂੰ ਭੇਜ ਜੀ, ਦਾਂਗਾ। ਮੈਂ ਤਾਂ ਔਨ ਕੈਮਰਾ ਬੋਲ ਰਹੀ ਹਾਂ, ਮੈਂ ਵੀ ਮੀਡੀਆ ਚੋਂ, ਲੈਟ ਇਟ ਬੀ ਰਿਕਾਰਡਡ। ਓਕੇ ਓਕੇ। ਐਂਡ ਮੈਂ ਇਸ ਦਾ ਚੀਜ਼ ਦਾ ਅਸੀਂ ਐਕਸ਼ਨ ਦੇਖਣਾ ਚਾਹੁੰਦੇ ਹਾਂ। ਤੁਸੀਂ ਇਹਨਾਂ ਨੂੰ ਪ੍ਰਮੋਟ ਕਰਕੇ ਮੈਂਬਰ ਸੈਕਟਰੀ ਉਹਨਾਂ ਨੇ ਕਲੀਅਰ ਕਰ ਦੇਣਾ ਉੱਥੇ। ਔਰ ਪਹਿਲਾਂ ਆ ਮੇਰੇ ਕੋਲ ਪਈ ਆ ਉਹਨਾਂ ਦੀ RTI ਦੇ ਰਾਹੀਂ, ਜਿੱਥੇ ਉਹ ਸਾਈਟਿੰਗ ਹੀ ਖਾ ਗਏ, ਜਿਹੜਾ ਸੁਪਰੀਮ ਕੋਰਟ ਨੇ ਸਖਤ ਉਹਦੇ ਚ ਆਪਦੀ ਆਬਜ਼ਰਵੇਸ਼ਨ ਦਿੱਤੀ ਹੈ। ਲਾਈਕ ਬਸਤੀ ਖਾ ਗਏ, ਉੱਥੇ ਸਕੂਲ ਹੈਗਾ 1800 ਬੱਚੇ ਨਾਲ 290 ਮੀਟਰ ਤੇ ਉਹ ਖਾ ਗਏ। ਲੱਡਾ ਕੋਠੀ ਚਲੋ 360 ਮੀਟਰ ਦੇ ਸੀ, ਔਰ ਉਹ ਕਿਉਂਕਿ SDM ਸੰਗਰੂਰ ਦੀ ਸਾਈਟਿੰਗ ਲੈ ਲਈ, ਧੂਰੀ ਦੀ ਨਿਯੁਕਤੀ ਉਹਨਾਂ ਨੇ ਹੁਸ਼ਿਆਰੀ ਨਾਲ ਕੀਤਾ ਹੈ। PPCB ਦਾ ਤਾਂ ਹੈਗਾ ਜੋ ਔਨ ਗਰਾਊਂਡ ਰਿਪੋਰਟ ਹੈ ਉਹ ਕਰਨੀ ਚਾਹੀਦੀ ਹੈ। ਐਕਸਕਿਊਜ਼ ਮੀ, ਲੈਟ ਮੀ ਫਿਨਿਸ਼, ਇੱਕ ਮਿੰਟ ਮੈਨੂੰ ਖਤਮ ਕਰ ਲੈਣ ਦਿਓ। ਔਰ ਇਹ ਹੈ ਅੰਗਰੇਜ਼ੀ ਚ, ਮੈਂ ਹੁਣੀ ਇਹਦੇ ਚ ਕਰਾਂਗੇ ਜਿਹੜਾ ਸਾਡੀ ਪਾਰਟ 2, ਜਿਹੜੀ ਪਾਰਟ 2 ਪਹਿਲੀ ਤਾਂ ਮੈਮ ਇੱਕ ਬੇਨਤੀ ਹੈ ਤੁਹਾਨੂੰ ਬੜੀ ਰਿਸਪੈਕਟਫੁਲੀ, ਆਪਾਂ ਅੱਜ ਇਸ ਪਲਾਨ ਦੀ ਗੱਲ ਕਰ ਲਈਏ, ਤੁਸੀਂ ਮੇਰੇ ਕੋਲੇ ਆ ਜਾਓ, ਆਪਾਂ ਨਹੀਂ ਆਉਣ ਦੀ ਗੱਲ ਨਹੀਂ ਜੀ, ਇਹ ਬਾਅਦ ਚ ਮੌਕੇ ਨਹੀਂ ਮਿਲਦੇ। ਅਫਸਰ ਤਾਂ ਮੈਨੂੰ ਬਲੌਕ ਕਰ ਦਿੰਦੇ ਆ। ਨਹੀਂ ਮੈਮ ਇਦਾਂ ਕੈਮਰਾ ਇਹ ਮੀਡੀਆ ਦਾ ਮੀਡੀਅਮ ਹੈਗਾ ਔਰ ਇਹ ਬੜਾ ਇੰਪੋਰਟੈਂਟ ਹੈ। ਔਰ ਮੇਰਾ ਇਹ ਸਵਾਲ ਹੈ, ਸਾਡੇ ਕੇਸ ਵੀ ਸਾਡੇ ਸੀਨੀਅਰ ਐਡਵੋਕੇਟ ਨੇ ਕਿਹਾ ਸੀ ਉੱਥੇ ਵੀ ਕਿਉਂ ਨਹੀਂ ਇਹ ਕਾਰਪੋਰੇਟ ਹਾਊਸਸ ਡੈਜ਼ਿਗਨੇਟਡ ਇੰਡਸਟਰੀਅਲ ਜ਼ੋਨ ਚ ਜ਼ਮੀਨ ਉਹ ਲੈਂਦੇ ਤੇ ਉੱਥੇ ਲਾਉਂਦੇ ਆ। ਉੱਥੇ ਤੁਹਾਡਾ ਬਿਜਲੀ ਦਾ ਇੰਤਜ਼ਾਮ ਹੈ, ਸੜਕਾਂ ਦਾ ਇੰਤਜ਼ਾਮ ਹੈ, ਕਿਉਂ ਪਿੰਡਾਂ ਚੋਂ ਆ ਕੇ ਜ਼ਮੀਨ ਸਸਤੀ ਲੈ ਕੇ CLU ਕਰਕੇ ਸਾਰੇ ਤਬਾਹੀ ਕਰਦੇ ਆ? ਇਨਵਾਇਰਨਮੈਂਟ ਬਹੁਤ ਇੰਪੋਰਟੈਂਟ ਹੈ। ਇਹ ਤਾਂ ਇਤਰਾਜ਼ ਨੋਟ ਕੀਤਾ ਜਾਏ ਕਿ ਜ਼ਮੀਨ ਜਿਹੜੀ ਹੈ ਇੰਡਸਟਰੀ 'ਚ ਜਾਣੀ ਚਾਹੀਦੀ ਹੈ, ਐਗਰੀਕਲਚਰ ਡੈਜ਼ਿਗਨੇਟਡ ਇੰਡਸਟਰੀਅਲ ਜ਼ੋਨ ਚ ਲੈਂਡ ਨੋਟ ਕਰ ਲਓ, ਉੱਥੇ ਕਰਨ। ਇੱਥੇ ਜਿਹੜੇ ਬਿਜਲੀ ਦੇ ਆਣੇ ਆ ਰਾਵਣ, ਉਹ ਸਾਰਿਆਂ ਦੇ ਖੇਤਾਂ ਚੋਂ ਨਿਕਲਨੇ ਆ। ਅਸੀਂ ਵੀ ਖੇਤੀ ਕਰਦੇ ਆ। ਜਿਹੜੀ ਸੜਕ ਹੈ ਉਹ ਚੌੜੀਆਂ ਨਹੀਂ ਹੈਗੀਆਂ, ਅਸੀਂ ਮਸਾਂ ਲੰਘਦੇ ਆ, ਇੱਥੇ ਟਰਾਲੇ ਨਾ ਕੇ ਕਿੱਥੇ ਹੋਊਗਾ? ਮੈਮ ਉਹ ਜਵਾਬ ਦੇ ਦੇਣਗੇ ਜੀ। ਉਹ ਜੀ ਅਪਰਾਧ ਨੋਟ ਹੋ ਗਿਆ ਦੱਸਣ ਜੀ, ਮੈਂ ਉਹੀ ਪੁੱਛ ਲਾਂ ਮੈਡਮ ਮਨਦੀਪ ਜੀ, ਜਦੋਂ ਨੋਟ ਕਰ ਲਿਆ ਮਾੜਾ ਜਿਹਾ। ਹਾਂਜੀ ਮੇਰਾ ਨਾਮ ਨੋਟ ਕਰ ਲਓ ਜੀ, ਇੰਜੀਨੀਅਰ ਕਪਿਲ ਦੇਵ, ਇੰਜੀਨੀਅਰ ਕਪਿਲ ਦੇਵ ਸਾਨੂੰ ਸ਼੍ਰੀ ਜਗਦੀਸ਼ ਚੰਦਰ ਲੁਧਿਆਣੇ ਤੋਂ, ਪਬਲਿਕ ਐਕਸ਼ਨ ਕਮੇਟੀ। ਔਰ ਅਸੀਂ ਪੁੱਛਦੇ ਹਾਂ ਵੀ ਟਰਮਸ ਆਫ ਰੈਫਰੈਂਸ ਨੂੰ ਕਿਵੇਂ ਗ੍ਰਾਂਟ ਕਰਨਗੇ ਐਗਰੀਕਲਚਰ ਲੈਂਡ ਤੇ ਫॉर ਸੈਟਿੰਗ ਅਪ ਅ ਜਿਹੜੀ ਗ੍ਰੋਸ ਜਿਵੇਂ ਕਹਿੰਦੇ ਆ ਪੋਲਿਊਸ਼ਨ ਵਾਲੀ ਫੈਕਟਰੀ। ਇੱਥੇ ਪੰਜਾਬ ਅੱਗੇ ਇਜ਼ ਰੀਲਿੰਗ ਅੰਡਰ ਸੋ ਮਚ ਸਟ੍ਰੈਸ, ਸਾਨੂੰ ਬਖਸ਼ ਦਿਓ।
ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਓ, ਅਸੀਂ ਪਹਿਲਾਂ ਹੋਰ ਪ੍ਰੋਬਲਮ ਸੌਰਟ ਆਊਟ ਕਰੀਏ। ਉਲਟਾ ਤੁਸੀਂ ਹੋਰ ਪ੍ਰੈਸ਼ਰ ਪਾ ਰਹੇ ਹੋ। ਪਿੰਡ ਖਤਮ ਹੋ ਜਾਣਗੇ, ਪਿੰਡ ਕਿੱਥੇ ਜਾ ਕੇ ਬਸਣਗੇ ਦੁਬਾਰਾ? ਔਰ ਸਾਡੀ ਸਟੱਡੀ ਹੈਗੀ, ਅਸੀਂ ਆਰਟੀਕਲ 32 ਚ ਪਾਇਆ ਹੈ 5 ਕਿਲੋਮੀਟਰ ਰੇਡੀਅਸ ਡੇਂਜਰ ਜ਼ੋਨ ਹੈ, ਵਿਦਨ 3 ਕਿਲੋਮੀਟਰ ਹਾਈ ਡੇਂਜਰ ਜ਼ੋਨ ਹੈ। ਠੀਕ ਹੈ ਮੈਮ, ਉਹ ਸਾਡਾ ਆਰਟੀਕਲ ਤੁਸੀਂ ਇਹ ਨੋਟ ਕਰ ਲਓ ਪਲੀਜ਼। ਜੀ ਨੋਟਡ ਹੈ ਮੈਮ। ਔਰ ਇਹ ਜੱਜਮੈਂਟ ਜੀ ਹੈਗੀ ਪਾਰਟ 2 ਜਿਹੜੀ ਦਿੱਤੀ ਹੈ। ਪਲੀਜ਼ ਗੋ ਟੂ ਦ ਪੁਆਇੰਟ ਪ੍ਰੋਪਰਲੀ 60 मैं एक गल कहना चाहना रेड कैटेगरी बारे 67 एक मिनट जी, we are not talking about, we are talking about something else at the moment. Point 66 हैगा जी, the revised industrial sector categorization issued by CPCB in January 2025 is quashed insofar as it reclassifies the activity described as a standalone grinding unit without CPP from the red category to the orange category. ਮੈਮ ਪੁਆਇੰਟ ਨੰਬਰ ਬੋਲ ਦੋ, ਨੋਟ ਕਰ ਲੈਣੇ। ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦੀ ਹਾਂ ਜੀ, ਇਹ ਕੁਆਸ਼ ਹੋ ਗਈ ਸੀ ਸੁਪਰੀਮ ਕੋਰਟ ਤੋਂ ਇਸ ਆਰਡਰ ਦੇ ਨਾਲ, ਤੇ ਐਨੀ ਕੰਸੈਂਟ ਅਪਰੂਵਲ ਆਫ ਪਰਮਿਸ਼ਨ ਦੈਟ ਹੈਜ਼ ਬੀਨ ਗ੍ਰਾਂਟਡ, ਉਹ ਕਹਿੰਦੇ ਜਿਹੜੀ ਪੁਰਾਣੀ ਗ੍ਰਾਂਟ ਹੋਈ ਹੈ ਉਹ ਵੀ ਕੁਆਸ਼ ਹੋ ਗਈ ਰਿਲੈਕਸ ਸਾਈਟਿੰਗ ਦੀ। ਇੱਥੇ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਨਹੀਂ, ਤੇ ਮਾਰਚ ਤੁਸੀਂ ਔਰੇਂਜ ਕੈਟਾਗਰੀ ਦਾ। ਮੈਮ ਆਪਾਂ ਰੈੱਡ ਕੈਟੇਗਰੀ, ਅਸੀਂ ਤਾਂ ਰੈੱਡ ਕੈਟੇਗਰੀ ਨਹੀਂ, ਬਟ ਦ ਕੰਪਨੀ ਨੀਡਸ ਟੂ ਬੀ ਟੋਲਡ। ਜੀ ਮੈਮ, ਉਹਨਾਂ ਨੂੰ ਕਹਿਤਾ ਜੀ ਸਰ ਇੱਕ ਮਿੰਟ, ਤੁਸੀਂ ਕਹਿੰਦੇ ਹੋ ਰੈੱਡ ਕੈਟਾਗਰੀ ਕੰਪਨੀ ਨੂੰ ਕਹਦਾ, ਮਤਲਬ ਤੁਸੀਂ ਆਪਸ ਵਿੱਚ ਖੇਡ ਰਹੇ ਹੋ, ਆਮ ਲੋਕਾਂ ਨੂੰ ਕੁਝ ਨਹੀਂ ਪਤਾ। ਨਹੀਂ ਆਮ ਲੋਕਾਂ ਨੂੰ ਸਰ, ਆਮ ਲੋਕਾਂ ਨੂੰ ਅੱਜ ਤੋਂ ਪਹਿਲੇ ਕਦੋਂ ਜਾਣਕਾਰੀ ਦਿੱਤੀ ਗਈ ਕਿ ਇਹ ਰੈੱਡ ਕੈਟਾਗਰੀ ਹੈ? ਸਰ ਅਸੀਂ ਜਿਹੜੀ ਰਿਪੋਰਟ ਆ ਅਸੀਂ ਆਪਦੇ ਹਾਇਰ ਨਹੀਂ ਕਦੋਂ ਜਾਣਕਾਰੀ ਦਿੱਤੀ ਗਈ? ਉਹਦਾ ਜਵਾਬ ਦਿਓ। ਜੀ ਕਿ ਇਹ ਰੈੱਡ ਕੈਟਾਗਰੀ ਇੰਡਸਟਰੀ ਹੈ, ਔਰੇਂਜ ਨਹੀਂ ਹੈ। ਆਮ ਬੰਦਿਆਂ ਨੂੰ ਜਿਹੜੀ ਤੁਸੀਂ ਜਨਤਕ ਦੇ ਆਪਣਾ ਜਿਹੜਾ ਪਬਲਿਕ ਨੋਟਿਸ ਕੱਢਿਆ, ਜਨਤਕ ਸੁਣਵਾਈ ਚ ਕਹਿ ਦਿਓ। ਅੱਜ ਤੋਂ ਪਹਿਲੇ ਤਾਂ ਨਹੀਂ ਕਿਹਾ ਜੀ? ਜੀ ਅੱਜ ਤੋਂ ਪਹਿਲੇ ਤਾਂ ਜਨਤਕ ਸੁਣਵਾਈ ਤਾਂ ਅੱਜ ਹੋ ਰਹੀ ਹੈ ਨਾ, ਬੁਨਿਆਦੀ ਬੁਨਿਆਦੀ ਦੇ ਟਾਈਮ ਸਰ ਬੁਨਿਆਦੀ ਤੇ ਤੁਸੀਂ ਸਰ ਆਪਣੀ ਵੈਬਸਾਈਟ ਤੇ ਕੁਝ ਪਾਇਆ? ਸਰ ਮੈਂ ਕੁਝ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਹੈ? ਵੀਡੀਓ ਹੈਗੀ ਹੈ ਤੁਹਾਡੇ ਕੋਲ? ਵੀਡੀਓ ਹੈਗੀ ਹੈ ਉਹਦੀ ਵੈਬਸਾਈਟ ਦੇ ਉੱਤੇ ਸਰ ਤੁਹਾਡੇ ਕੋਲ? ਸਰ ਮੈਂ ਛੋਟਾ ਜਿਹਾ ਇੱਥੇ ਪੁਆਇੰਟ ਐਡ ਕਰਨਾ ਚਾਹੁੰਦਾ ਮੈਮ, ਇੱਕ ਪੁਆਇੰਟ ਐਡ ਕਰਨਾ ਚਾਹੁੰਦਾ ਇੱਥੇ। ਹੈਲੋ, ਹਾਂਜੀ ਜਿਹੜੀ ਅਸੀਂ ਟੌਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ, ਉਹ ਮਾਰਚ ਆਪਾਂ ਟੌਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ, ਤੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਹਾਂਜੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਿਹੜਾ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਇਹ ਸਾਰੀ ਰੈੱਡ ਕੈਟਾਗਰੀ 'ਚ ਆਉਣਗੀਆਂ ਅੱਗੋਂ, ਉਹ 6 ਅਪ੍ਰੈਲ 2026 ਨੂੰ ਕੱਢਿਆ ਸੀਗਾ। ਸਾਡੀ ਐਪਲੀਕੇਸ਼ਨ ਪਹਿਲਾਂ ਉੱਥੇ ਗਈ ਹੈ, ਅਸੀਂ EIA ਰਿਪੋਰਟ ਉਸ ਤੋਂ ਬਾਅਦ ਸਬਮਿਟ ਕੀਤੀ ਹੈ, ਤੇ ਨਾਲੇ EIA ਰਿਪੋਰਟ ਸਬਮਿਟ ਕਰਨ ਦਾ ਇੱਕ ਵੇ ਹੁੰਦਾ ਹੈ ਕਿ ਆਪਾਂ ਪਹਿਲੇ ਫਾਰਮ 1 PFR ਉਹ ਸਾਰਾ ਪੁਰਾਣਾ ਡਾਕੂਮੈਂਟ ਜਿਹੜਾ ਸਬਮਿਟ ਕੀਤਾ ਹੈ ਉਹ ਸਾਰਾ ਇੰਕਲੂਡ ਹੁੰਦਾ ਹੈ EIA ਰਿਪੋਰਟ ਦੇ ਨਾਲ, ਤੇ ਆਪਾਂ ਉਹ ਰਿਪੋਰਟ ਦੇ ਨਾਲ ਸਬਮਿਟ ਕੀਤਾ ਹੈ। ਉਹਦੇ ਵਿੱਚ ਲਿਖਿਆ ਹੋਇਆ ਸੀਗਾ ਬਿਕੋਜ਼ ਇਹ ਪਹਿਲਾ ਡਾਕੂਮੈਂਟ ਸਬਮਿਟ ਹੋ ਚੁੱਕਿਆ ਸੀਗਾ। ਤੁਸੀਂ ਜਿਹੜਾ ਇਹਦੀ ਕਰੈਕਸ਼ਨ ਸਰ ਸਕੂਟਨੀ ਪੰਜਾਬ ਪੋਲਿਊਸ਼ਨ ਬੋਰਡ ਕਰੂਗਾ ਕਿ ਨਹੀਂ ਕਰੂਗਾ? ਕੀ ਲੋਕਾਂ ਨੂੰ ਧੋਖਾ ਦਿੱਤਾ ਜਾਊਗਾ? ਇਹਦੇ ਬਾਰੇ ਦੱਸੂਗੇ, ਪਲੀਜ਼ ਦੱਸੋ ਜੀ ਸਰ। ਇੱਕ ਛੋਟਾ ਜਿਹਾ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੁੰਦਾ ਮੈਂ। ਪੰਜਾਬ ਪੋਲਿਊਸ਼ਨ ਬੋਰਡ ਤੋਂ ਪੁੱਛ ਲੈਣ ਦਿਓ ਇਹ ਗੱਲ, ਦੱਸੋ। ਨਹੀਂ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਇੰਨਾ ਸਲੋ ਹੈ, 13 ਫਰਵਰੀ ਦਾ ਕਰਕੇ ਸੀਮੈਂਟ ਵਾਲੇ ਕਹਿੰਦੇ ਇਹਨਾਂ ਨੂੰ ਦੱਸਣ ਦਿਓ। ਮੈਮ ਸਕਰੂਟਨੀ ਕਰਕੇ ਰਿਪੋਰਟ ਰੈੱਡ ਕੈਟਾਗਰੀ ਦੇ ਅਕੋਰਡਿੰਗ ਹੀ ਸਾਈਟਿੰਗ ਗਾਈਡਲਾਈਨਸ ਜਿਹੜੀਆਂ ਨੇ ਉਵੇਂ ਹੀ ਭੇਜੀ ਗਈ ਹੈ। ਤੇ ਤੁਸੀਂ ਅੱਜ ਦੀ ਜਨਤਕ ਸੁਣਵਾਈ, ਅੱਜ ਜੋ ਸਾਨੂੰ ਦਿੱਤਾ ਗਿਆ ਹੈ, ਜਾਂ ਜਿੰਨਾ ਪੰਜਾਬ ਜਾਂ ਪੰਜਾਬੀ ਵਰਡ ਦੁਨੀਆ 'ਚ ਸੁਣ ਰਿਹਾ ਹੈ, ਉਹਨੂੰ ਕਿੱਥੇ ਕਰੈਕਟ ਕੀਤਾ ਤੁਸੀਂ? ਤੁਹਾਡੀ ਸਾਈਟ ਵੇਖਾਂਗੇ, ਸਰ ਸੁਪਰੀਮ ਕੋਰਟ ਦੇ ਆਰਡਰ ਆ ਜਿਹੜੇ ਉਹ ਜਨਤਕ ਹੀ ਨੇ ਜੀ। ਨਹੀਂ ਜਨਤਕ ਨਹੀਂ ਹੈ। ਨਾ ਇਹ ਨੋਟ ਕਰੋ ਜੀ, ਇਹ ਨੋਟ ਕਰੋ। ਇਹ ਕਹਿ ਰਿਹਾ ਜੀ ਜਨਤਕ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਔਰੇਂਜ ਬਣਾ ਕੇ ਇੱਥੇ ਲੋਕਾਂ ਨਾਲ ਪਬਲਿਕ ਜਨਤਕ ਸੁਣਵਾਈ ਕਰ ਰਹੇ ਨੇ। ਸਰ ਇਹ ਬਹੁਤ ਹੀ ਪਪੂਲਰ ਸੀਗਾ ਜੀ। ਸਾਰੇ ਦੇਖੋ ਗਲਤੀਆਂ ਤੁਹਾਡੀਆਂ ਲੋਕੀ ਕਿਉਂ ਭੁਗਤਣ? ਇੱਕ ਮਿੰਟ ਹਰਮਨ ਜੀ, ਪਹਿਲਾਂ ਗੱਲ ਸੁਣੋ ਫਿਰ ਜਵਾਬ ਦਿਓ, ਪਹਿਲਾਂ ਵਿੱਚ ਨਾ ਟੋਕਿਓ। ਹਾਂ ਤੇ ਨਾ ਵਿੱਚ ਜਵਾਬ ਦਿਓ। ਤੁਹਾਡੀ EIA ਰਿਪੋਰਟ ਜਿਹੜੀ ਹੈ, ਜੇ ਔਰੇਂਜ ਕੈਟਾਗਰੀ ਹੋਵੇ ਉਹਦੇ ਨੋਰਮਸ ਅਲੱਗ ਹੁੰਦੇ ਆ ਤੇ ਰੈੱਡ ਦੇ ਅਲੱਗ ਹੁੰਦੇ ਆ ਜੀ। ਜਦੋਂ ਇਹਨਾਂ ਨੇ ਔਰੇਂਜ ਦੇ ਹਿਸਾਬ ਨਾਲ ਸਬਮਿਟ ਕੀਤੀ, ਇੱਕ ਮਿੰਟ ਗੱਲ ਪੂਰੀ ਸੁਣ ਲਓ। ਪਹਿਲੇ ਲਿਖੋ ਜੀ ਕਿ ਔਰੇਂਜ ਤੇ ਰੈੱਡ ਕੈਟਾਗਰੀ ਦੇ ਨੋਰਮਸ ਅਲੱਗ ਹੁੰਦੇ ਆ। ਇਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਉਹ ਔਰੇਂਜ ਕੈਟਾਗਰੀ ਲਿਖ ਕੇ ਕੀਤੀ ਗਈ। ਹਾਂਜੀ ਹੈਲੋ, ਮੈਂ ਤੁਹਾਨੂੰ ਪੁੱਛਣਾ ਉਹਨਾਂ ਨੂੰ ਨਹੀਂ, ਕਿਉਂਕਿ ਤੁਹਾਡੀ ਰਿਪੋਰਟ ਤੁਹਾਡੇ ਕੋਲ ਆਈ ਹੈ। ਜਿਹੜੀ ਰਿਪੋਰਟ ਇਹਨਾਂ ਨੇ ਸਬਮਿਟ ਕੀਤੀ ਉਹ ਔਰੇਂਜ ਕੈਟਾਗਰੀ ਕਹਿ ਕੇ ਕੀਤੀ ਗਈ ਸੀ EIA ਰਿਪੋਰਟ। ਮੈਂ ਸਰ ਇੱਕ ਚੀਜ਼ ਸਰ ਮੈਨੂੰ ਇਹ ਪੁੱਛਣਾ ਨਹੀਂ, ਪਹਿਲੇ ਸਵਾਲ ਦਾ ਜਵਾਬ ਦੇ ਲੈਣ ਦਿਓ। ਤੁਸੀਂ ਕੀ ਪਹਿਲੇ ਦੱਸੋ ਵੈਸੇ ਨਾਲ ਇਨਵਾਈਟ ਹੈ ਸੁਪਰੀਮ ਕੋਰਟ ਦੇ ਆਰਡਰ ਨਾਲ। ਸਰ ਮੈਡਮ ਉਹ ਕਰ ਮੈਮ ਇੱਕ ਗੱਲ ਮੈਂ ਥੋੜਾ ਜਿਹਾ ਹਾਂਜੀ ਹੈਲੋ, ਜਿਹੜਾ ਆਨਸਰ ਥੋੜਾ ਮੈਂ ਦੇਣਾ ਚਾਹੁੰਦਾ ਇੱਥੇ। ਸਰ ਆਪਾਂ PPCB ਤੋਂ ਪੁੱਛਿਆ ਜੀ। ਉਹਨਾਂ ਦਾ ਪੁੱਛਿਆ, ਇੱਕ ਮਿੰਟ ਪੰਜਾਬ ਪੋਲਿਊਸ਼ਨ ਬੋਰਡ ਜਵਾਬ ਦੇ। PPCB ਸਟੈਚੂਟਰੀ ਅਥਾਰਟੀ ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ। ਹਾਂਜੀ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੀਆਂ ਸਾਈਟਿੰਗ ਗਾਈਡਲਾਈਨਸ ਨੇ ਉਹ ਰੈੱਡ ਜਾਂ ਔਰੇਂਜ ਵੇਖ ਕੇ ਹੁੰਦੀਆਂ ਨੇ, ਉਹ ਪਲਾਂਟ ਦੇ ਬੇਸਡ ਹੁੰਦੀਆਂ ਨੇ ਜੀ।
ਸੀਮੈਂਟ ਪਲਾਂਟ ਦੀਆਂ ਸਾਈਟਿੰਗ ਗਾਈਡਲਾਈਨਸ ਅਲੱਗ ਹੋਣਗੀਆਂ ਜੀ, ਕਿਸੇ ਵੀ ਰਿਫਾਈਨਰੀ ਦੀਆਂ ਅਲੱਗ ਨੇ, ਹਰੇਕ ਪਲਾਂਟ ਦੀਆਂ ਸਾਈਟਿੰਗ ਗਾਈਡਲਾਈਨਸ ਸਰ ਮੈਂ ਕਹਿ ਰਿਹਾ ਤੁਸੀਂ ਮੇਰੇ ਤੋਂ ਪੁੱਛਿਆ ਸੀ ਰੈੱਡ ਜਾਂ orange ਵੇਚ ਹੁੰਦੀਆਂ, ਉਹਦਾ ਜਵਾਬ ਹੈ ਜੀ ਇਹ। ਮੈਂ ਕਹਿ ਰਿਹਾ ਰੈੱਡ, ਮੈਂ ਰੈੱਡ ਤੇ orange ਦੀ ਗੱਲ ਕਰ ਰਿਹਾ, ਸੀਮੈਂਟ ਦੇ ਬਾਅਦ ਚ ਆਉਂਦੇ ਆ। ਮੈਂ ਪਲਾਂਟ ਬੇਸਡ ਹੁੰਦੀਆਂ ਨੇ, ਮੈਂ ਇਹ ਤਾਂ ਕਲੈਰੀਫਾਈ ਕਰਨਾ ਚਾਹੁੰਦਾ, ਜਿਹੜੀਆਂ ਸਾਈਟਿੰਗ ਗਾਈਡਲਾਈਨਸ ਨੇ ਉਹ ਪਲਾਂਟ ਬੇਸਡ ਨੇ, ਨਾ ਰੈੱਡ ਬੇਸਡ ਨੇ ਨਾ orange ਨੇ, ਪਲਾਂਟ ਬੇਸਡ। ਜਦੋਂ ਉਹਨਾਂ ਨੇ orange ਕੈਟਾਗਰੀ ਦੀ ਇਹਦੀ ਕੀਤੀ, ਕਿਉਂਕਿ ਇਹਨਾਂ ਕੋਲ orange ਦਾ ਹੀ ਸੀਗਾ ਨੋਟੀਫਿਕੇਸ਼ਨ, ਦੈਟ ਮੀਨਸ ਕਿ ਇਹਨਾਂ ਨੇ ਰੈੱਡ ਕੈਟਾਗਰੀ ਵਾਲੀ ਤਾਂ ਨਹੀਂ ਕੀਤੀ ਹੋਏਗੀ ਨੋਰਮਸ। ਸਾਈਟਿੰਗ ਗਾਈਡਲਾਈਨਸ ਸਰ ਸਾਈਟਿੰਗ ਗਾਈਡਲਾਈਨਸ ਨਹੀਂ, ਆਪਾਂ ਗੱਲ ਕਰੀਏ orange ਕੈਟਾਗਰੀ, ਉਹਨਾਂ ਦੀ ਸਬਮਿਸ਼ਨ ਦਾ ਕਰ ਰਿਹਾ। orange ਕੈਟਾਗਰੀ ਦੀ ਜਿਹੜੀ ਗਾਈਡਲਾਈਨਸ ਜਾਂ ਨੋਰਮਸ ਹੁੰਦੇ ਆ ਰੈੱਡ ਕੈਟਾਗਰੀ ਨਾਲੋਂ ਮਤਲਬ ਕਿ ਥੋੜੇ ਘੱਟ ਸਟ੍ਰਿਕਟ ਹੁੰਦੇ ਆ ਜੀ ਜੀ ਜੀ, ਤੇ ਇਹਨਾਂ ਨੇ orange ਨਾਲ ਕੀਤੀਆਂ। ਜਿਹੜਾ ਸਰ orange ਨਾਲ ਮੈਂ ਕੀਤੀਆਂ। ਦੱਸਦਾ ਵੀਰੇ, ਮੈਨੂੰ ਬੋਲਣ ਦਿਓ ਜੀ। ਪਰ ਜਿਹੜੀ ਤਹਿਸੀਲਦਾਰ ਰਿਪੋਰਟ ਨਹੀਂ, ਐਕਸਕਿਊਜ਼ ਮੀ, ਆਪਾਂ orange ਡਿਸਕਸ ਹੀ ਨਹੀਂ ਕਰਨਾ ਜਦੋਂ ਆਨਰੇਬਲ ਸੁਪਰੀਮ ਕੋਰਟ ਨੇ ਕੋਸ਼ ਹੀ ਕਰਤਾ 13 ਫਰਵਰੀ ਨੂੰ। ਉਹਨਾਂ ਨੇ ਪੁੱਛਿਆ ਜੀ, ਮੈਂ ਉਹਦਾ ਜਵਾਬ ਦੇ ਉਹਨਾਂ ਨੇ ਪੁੱਛਿਆ ਜੀ, ਉਹਦਾ ਜਵਾਬ ਦੇ। ਤੁਸੀਂ ਇਹ ਦੱਸੋ, ਆਪਾਂ ਇਹ ਗੱਲ ਕਰ ਰਹੇ ਹਾਂ ਜਦੋਂ ਉਹਨਾਂ ਨੇ orange ਸਮਝ ਕੇ ਉਹਨੂੰ ਕੀਤਾ ਜੀ, orange ਦੇ ਤੁਸੀਂ ਕਹਿ ਰਹੇ ਹੋ ਕਿ ਨੋਰਮਸ ਜਿਹੜੇ ਆ ਘੱਟ ਸਟ੍ਰਿਕਟ ਹੁੰਦੇ ਆ, ਦੈਟ ਮੀਨਸ ਕਿ ਉਹਨਾਂ ਨੇ ਆਪਣਾ orange ਦੇ ਹਿਸਾਬ ਨਾਲ ਕੀਤਾ। ਜੇ ਰੈੱਡ ਕੈਟਾਗਰੀ ਨਾਲ ਕੀਤਾ ਹੁੰਦਾ, ਜੇ ਰੈੱਡ ਕੈਟਾਗਰੀ ਨਾਲ ਕੀਤਾ ਹੁੰਦਾ ਕੀ EIA ਰਿਪੋਰਟ 'ਚ ਕੋਈ ਫਰਕ ਆਉਂਦਾ? ਮੈਂ ਨੋਟ ਹੋ ਗਿਆ। ਮੈਂ ਰਿਪਲਾਈ ਦੇਣਾ ਹੁਣ, ਮੈਂ ਰਿਪਲਾਈ ਦੇਣਾ। ਜਿਹੜੀ ਸੀਮੈਂਟ ਇੰਡਸਟਰੀ ਹੈ, ਠੀਕ ਹੈ, ਰੈੱਡ ਹੈ, orange ਹੈ, ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਅੱਜ ਇਹ ਜਿਹੜੀ ਕੈਟਾਗਰੀ ਆ ਇਹ ਰੈੱਡ ਕੈਟਾਗਰੀ ਇੰਡਸਟਰੀ ਹੈ। ਸਾਈਟਿੰਗ ਗਾਈਡਲਾਈਨਸ ਨੇ ਜਿਹੜੀਆਂ ਜੀ ਉਹ ਤਹਿਸੀਲਦਾਰ ਸਾਹਿਬ ਵੱਲੋਂ ਵੈਰੀਫਾਈ ਕਰਕੇ ਸਾਨੂੰ ਸਾਈਟਿੰਗ ਗਾਈਡਲਾਈਨਸ ਦੀ ਰਿਪੋਰਟ ਆਉਂਦੀ ਹੈ। ਉਹ ਜਿਹੜੀ ਰਿਪੋਰਟ ਹੈ ਜੀ ਉਹ ਇਸ ਇੰਡਸਟਰੀ ਦੀ ਰੈੱਡ ਕੈਟਾਗਰੀ ਦੇ ਹਿਸਾਬ ਨਾਲ ਸਾਰੀ ਰਿਪੋਰਟ ਤਿਆਰ ਹੋਈ ਹੈ ਜੀ। ਸਾਈਟਿੰਗ ਗਾਈਡਲਾਈਨਸ ਨੇ ਉਹ ਰੈੱਡ ਕੈਟਾਗਰੀ ਆ, ਉਹ ਸਟੈਟੂਟਰੀ ਰੈਗੂਲੇਟਰੀ ਬਾਡੀ ਦੀ ਕੰਮ ਆ ਜੀ, ਉਹ ਅਸੀਂ ਕਰ ਦਿੱਤਾ ਜੀ। ਸਰ ਇਹ ਦੱਸੋ ਤੁਸੀਂ, ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਜਿਹੜੀ ਮਾਰਚ ਦੇ ਵਿੱਚ BPCB ਨੂੰ ਅਸੀਂ ਰਿਪੋਰਟ ਦਿੱਤੀ ਸੀ। ਸਰ ਮੈਂ ਇੱਥੇ ਇੱਕ ਮਿੰਟ ਸਰ, ਇੱਕ ਮਿੰਟ 6 ਅਪ੍ਰੈਲ ਨੂੰ ਕਹਿੰਦੇ ਅਸੀਂ ਅਪ੍ਰੈਲ 'ਚ ਅਸੀਂ ਰਿਪੋਰਟ ਦਿੱਤੀ ਸੀ ਤੇ ਉਹਦੇ 'ਚ orange ਕਲੀਅਰਲੀ ਲਿਖਿਆ ਹੋਇਆ ਹੈ। ਮੈਂ ਹੁਣ ਬੋਲ orange ਕਲੀਅਰਲੀ ਲਿਖਿਆ ਹੋਇਆ ਹੈ, ਉਹਦੇ 'ਚ ਰੈੱਡ ਕਿਉਂ ਨਹੀਂ ਪਾਇਆ ਗਿਆ ਸੀ? ਸਰ ਮੈਂ ਹੁਣ ਇੱਕ ਗੱਲ ਦੱਸਾਂ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਸਾਈਟਿੰਗ ਗਾਈਡਲਾਈਨਸ ਦਾ ਫਰਕ ਪੈਂਦਾ ਸਿਰਫ 에ਅਰ ਪੋਲਿਊਸ਼ਨ ਕੰਟਰੋਲ ਡਿਵਾਈਸਸ ਨੇ ਜਿਹੜੇ ਉਹ ਸੇਮ ਲੱਗਣਗੇ, ਵਾਟਰ ਦਾ ਟ੍ਰੀਟਮੈਂਟ ਆ ਉਹ ਸੇਮ ਹੋਊਗਾ, ਭਾਵੇਂ ਉਹ orange ਹੋਵੇ ਭਾਵੇਂ ਉਹ ਰੈੱਡ ਹੋਵੇ। ਪਰ ਰਿਪੋਰਟ ਤਾਂ ਲੋਕਾਂ ਨੂੰ ਤਾਂ ਮਿਸਲੀਡ ਕੀਤਾ ਗਿਆ, ਰੈੱਡ ਹੋ ਗਿਆ, orange ਹੋ ਗਿਆ, ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਰੈੱਡ ਜਾਂ orange ਹੈ। ਤੁਹਾਡਾ ਆਬਜੈਕਸ਼ਨ ਨੋਟ ਕੀਤਾ ਜਾਵੇ, ਇਹਨੂੰ ਕੰਸੀਡਰ ਕਰ ਲਿਆ ਜਾਵੇ। ਚਲੋ ਕੰਕਲੂਜਨ ਹੈ ਇਹ ਵਾਇਓਲੇਸ਼ਨ ਆਫ ਦਾ ਸੁਪਰੀਮ ਕੋਰਟ ਆਰਡਰ ਹੈ ਔਰ ਅੱਜ ਦੀ ਹੀਅਰਿੰਗ ਨਲ ਐਂਡ ਵੋਇਡ ਕਰਨੀ ਚਾਹੀਦੀ ਹੈ ਟਰਮ, ਬਿਕੋਜ਼ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। orange ਕੈਟਾਗਰੀ ਤਾਂ ਹੈ ਹੀ ਨਹੀਂ ਜਦੋਂ ਸੁਪਰੀਮ ਕੋਰਟ ਨੇ ਕੋਸ਼ ਕੀਤੀ ਹੈ। ਯੂ ਆਰ ਮਿਸਗਾਈਡਿੰਗ ਐਂਡ PPCB ਜਿਹੜਾ ਉਹ ਸੀਮੈਂਟ ਵਾਲੇ ਕਹਿੰਦੇ ਜੀ ਉਹ ਤਾਂ ਅਪ੍ਰੈਲ 'ਚ ਕਹਿ ਰਹੇ ਆ ਵੀ ਇਹ ਹੁਣ orange ਕੈਟਾਗਰੀ ਹੈ ਨਹੀਂ। ਇੱਕ ਗੱਲ ਸੋ the public has been misguided, ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਔਰ ਇਹ ਪਬਲਿਕ ਹੀਅਰਿੰਗ ਨਲ ਐਂਡ ਵੋਇਡ ਟਰਮ ਕਰਨੀ ਚਾਹੀਦੀ ਹੈ। ਸਰ ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਸਰ, ਔਰ ਇਹ ਪਬਲਿਕ ਹੀਅਰਿੰਗ ਨਲ ਐਂਡ ਵੋਇਡ ਕਰਨੀ ਚਾਹੀਦੀ ਹੈ ਬਿਕੋਜ਼ ਇਟ ਇਜ਼ ਇਨ ਵਾਇਓਲੇਸ਼ਨ ਆਫ ਦ ਸੁਪਰੀਮ ਕੋਰਟ ਆਰਡਰ। ਔਰ ਇਹ ਨੋਟ ਕਰੋ ਜੀ, ਨੋਟ ਕਰ ਲਿਆ। ਪਲੀਜ਼ ਨੋਟ ਦਿਸ ਵੀ, ਇਟ ਸ਼ੁੱਡ ਬੀ ਟਰਨਡ ਐਜ਼ ਨਲ ਐਂਡ ਵੋਇਡ। ਨੋਟਡ ਹੈ ਮੈਮ। ਠੀਕ ਹੈ ਪਿੱਛੇ ਕੱਟ ਦੇ। ਹਾਂਜੀ ਇਹ ਆਪਣਾ ਅਗਲਾ ਸਵਾਲ ਹੈ ਇਸ ਤੋਂ ਇੱਕ ਵਾਰੀ ਉਹਨਾਂ ਦਾ ਜਵਾਬ ਲੈ ਲਈਏ। ਦੀ ਗੱਲ ਕਰ, ਉਹ ਨੋਟ ਤਾਂ ਸਰ ਉਹਨਾਂ ਦਾ ਜਵਾਬ ਲੈ ਲਈਏ। ਮਿਸਗਾਈਡ ਜਿਹੜਾ ਇੱਕ ਮਿਸਗਾਈਡ ਵਾਲੀ ਗੱਲ ਕਰ ਲਓ। ਇੱਕ ਮਿੰਟ, ਕੰਪਨੀ ਦੇ ਜੋ ਮਿਸਗਾਈਡ ਜੇ ਉਹ ਗੱਲ ਪੁੱਛ। ਜਿੱਥੇ ਆਪਾਂ ਰੈੱਡ ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਇਹ ਬਿਲਕੁਲ ਸਹੀ ਹੈ ਕਿ ਰੈੱਡ ਕੈਟਾਗਰੀ 'ਚ ਇਹ ਗ੍ਰਾਈਂਡਿੰਗ ਯੂਨਿਟ ਆ ਰਹੀ ਹੈ। ਜਿਹੜਾ EIA ਨੋਟੀਫਿਕੇਸ਼ਨ ਹੈ ਉਹਦੇ ਵਿੱਚ ਇਹ ਰੈੱਡ ਕੈਟਾਗਰੀ orange green ਉਹਦੇ ਬਾਰੇ ਨਹੀਂ ਲਿਖਿਆ ਹੋਇਆ। ਕੰਸੈਂਟ ਜਦੋਂ ਆਪਾਂ ਲੈਂਦੇ ਆ ਉਸ ਬਾਰੇ ਰੈੱਡ orange green ਦੀ ਕੈਟਾਗਰੀ ਦੀ ਗੱਲ ਕਰੀ ਜਾਂਦੀ ਹੈ। ਸੋ ਜੇ ਰਿਪੋਰਟ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਵੀ ਅਸੀਂ ਜਿਹੜੇ ਵੀ ਮੇਜਰਸ ਲਿੱਤੇ ਨੇ ਇਹ ਸਾਰੇ ਦੇ ਸਾਰੇ ਜਿਹੜਾ EIA ਗਾਈਡੈਂਸ ਮੈਨੂਅਲ ਹੈ, MOEF ਦੀ ਜਿਹੜੀ ਗਾਈਡਲਾਈਨਸ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਕੀਤਾ ਗਿਆ ਹੈ। ਇਹਦੇ ਵਿੱਚ ਜਿਹੜੀ ਰੈੱਡ ਕੈਟਾਗਰੀ ਦੀ ਉਹਨਾਂ ਦੇ ਉੱਤੇ ਜੋ ਮਿਟੀਗੇਸ਼ਨ ਮੇਜਰ ਲੈਣੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਹੀ ਅੱਗੇ ਕੀਤਾ ਗਿਆ ਹੈ। ਅਸੀਂ 30 ਬੈਗ ਫਿਲਟਰ ਇਹਦੇ ਵਿੱਚ ਪ੍ਰਪੋਜ਼ ਕੀਤੇ ਨੇ ਤੇ ਉਹਦੇ ਨਾਲ ਰੈਗੂਲਰ ਮੇਨਟੇਨੈਂਸ ਦੇ ਉੱਤੇ ਆਪਾਂ ਜਾਵਾਂਗੇ। ਚਲੋ ਆਪਾਂ ਅਗਲਾ ਸਵਾਲ ਪਾਈਏ। ਥੈਂਕ ਯੂ। ਇਹ ਦੱਸੋ ਮਿਸਗਾਈਡ ਦੀ ਗੱਲ ਕਰਦੇ। ਮਿਸਗਾਈਡ ਸਰ ਇੱਕ ਗੱਲ ਹੋਰ, ਜਿਵੇਂ ਮਿਸਲਾਈਡ ਦੀ ਗੱਲ ਹੋਈ ਹੈ, ਬੋਲਿਆ ਹੋਇਆ ਪਹਿਲਾਂ ਹਰ ਵਾਰੀ ਬੋਲਣਾ ਪੈਂਦਾ। ਇੱਕ ਦੱਸਿਓ ਜੇ ਤੁਸੀਂ ਕਿਹਾ ਹੁਣੇ ਇਹਨਾਂ ਨੇ ਜੋ ਪ੍ਰੈਜੈਂਟੇਸ਼ਨ ਦਿੱਤੀ ਹੈ ਮੈਡਮ ਨੇ ਕਿ 70% ਟਰਾਂਸਪੋਰਟੇਸ਼ਨ ਰੇਲਵੇ ਤੇ ਹੋਊਗੀ, ਕਿਹਾ ਨਾ ਜੀ? ਇਹ ਰਿਪੋਰਟ 'ਚ ਕਿੱਥੇ ਲਿਖਿਆ ਹੋਇਆ ਹੈ? ਪੇਜ ਨੰਬਰ ਦੱਸ ਦਿਓ, ਰਿਪੋਰਟ 'ਚ ਕਿੱਥੇ ਲਿਖਿਆ ਹੋਇਆ ਹੈ?